ਜੋਹਾਨਸ ਗੁਟਨਬਰਗ ਇੱਕ ਅਜਿਹਾ ਨਾਂ ਜਿਸ ਬਾਰੇ ਲਗਭਗ ਹਰ ਕੋਈ ਜਾਣਦਾ ਹੈ। ਕਿਹਾ ਜਾਂਦਾ ਹੈ ਕਿ ਇਸ ਬੰਦੇ ਨੇ ਦੁਨੀਆ ਹੀ ਬਦਲ ਦਿੱਤੀ। ਆਮ ਤੌਰ ਤੇ ਸਾਨੂੰ ਇਹੀ ਪਤਾ ਹੈ ਕਿ ਉਸਨੇ ਪ੍ਰਿੰਟਿੰਗ ਪ੍ਰੈਸ ਬਣਾਈ, ਜਿਸ ਨਾਲ ਗਿਆਨ ਹਰ ਕਿਸੇ ਤੱਕ ਪਹੁੰਚਣ ਲੱਗ ਪਿਆ। ਯੂਰਪ ਵਿੱਚ ਪੁਨਰਜਾਗਰਣ ਆਇਆ ਅਤੇ ਇੱਕ ਤਰ੍ਹਾਂ ਨਾਲ ਆਧੁਨਿਕ ਯੁੱਗ ਦੀ ਨੀਂਹ ਰੱਖੀ ਗਈ। ਹੁਣ ਇਹ ਕੋਈ ਛੋਟੀ ਗੱਲ ਨਹੀਂ ਹੈ। ਇਸ ਦਾ ਮਤਲਬ ਇਹ ਹੋਇਆ ਕਿ 1000 ਸਾਲਾਂ ਦੇ ਅੰਦਰ ਜਿੰਨੀਆਂ ਵੀ ਖੋਜਾਂ ਹੋਈਆਂ, ਪ੍ਰਿੰਟਿੰਗ ਪ੍ਰੈਸ ਨੂੰ ਸਭ ਤੋਂ ਉੱਪਰ ਰੱਖਿਆ ਗਿਆ। ਜ਼ਰਾ ਸੋਚ ਕੇ ਦੇਖੋ, ਇਤਿਹਾਸ ਵਿੱਚ ਪਹਿਲੀ ਵਾਰ ਇਨਸਾਨੀ ਸੋਚ, ਵਿਚਾਰ ਘੋੜਿਆਂ ਦੀ ਰਫ਼ਤਾਰ ਤੋਂ ਵੀ ਤੇਜ਼ ਸਫ਼ਰ ਕਰ ਸਕਦੇ ਸਨ। ਇਸ ਇੱਕ ਕਾਰਡ ਨੇ ਜਾਣਕਾਰੀ ਦੇ ਫੈਲਣ ਦਾ ਤਰੀਕਾ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ। ਪਰ ਇੱਥੇ ਇੱਕ ਮਿੰਟ ਰੁਕੋ। ਕੀ ਹੋਵੇ ਜੇ ਆਪਾਂ ਨੂੰ ਜੋ ਕਹਾਣੀ ਪਤਾ ਹੈ ਉਹ ਅਸਲ ਵਿੱਚ ਪੂਰੀ ਹੈ ਹੀ ਨਹੀਂ? ਆਓ ਅੱਜ ਇਸ ਮਾਮਲੇ ਦੀ ਤਹਿ ਤੱਕ ਚੱਲਦੇ ਹਾਂ। ਆਪਾਂ ਉਹ ਕਹਾਣੀ ਫਰੋਲਾਂਗੇ ਜੋ ਕਿਤਾਬਾਂ ਵਿੱਚ ਅਕਸਰ ਨਹੀਂ ਮਿਲਦੀ। ਆਪਾਂ ਦੇਖਾਂਗੇ ਕਿ ਗੁਟਨਬਰਗ ਦੀ ਅਸਲ ਪ੍ਰਤਿਭਾ ਕੀ ਸੀ ਅਤੇ ਕਿਵੇਂ ਇੱਕ ਅਚਾਨਕ ਹੋਏ ਹਾਦਸੇ ਨੇ ਉਸ ਦੇ ਆਈਡੀਆ ਨੂੰ ਪੂਰੀ ਦੁਨੀਆ ਵਿੱਚ ਫੈਲਾ ਦਿੱਤਾ। ਤਾਂ ਅੱਜ ਦੇ ਇਸ ਸਫ਼ਰ ਵਿੱਚ ਆਪਾਂ ਪਹਿਲਾਂ ਗੁਟਨਬਰਗ ਦੇ ਮਿਥ ਦੀ ਗੱਲ ਕਰਾਂਗੇ, ਫਿਰ ਛਪਾਈ ਦੇ ਉਸ ਭੁੱਲੇ ਹੋਏ ਇਤਿਹਾਸ ਨੂੰ ਦੇਖਾਂਗੇ ਜਿਸ ਬਾਰੇ ਘੱਟ ਹੀ ਗੱਲ ਹੁੰਦੀ ਹੈ। ਇਸ ਤੋਂ ਬਾਅਦ ਸਮਝਾਂਗੇ ਕਿ ਅਸਲ ਕ੍ਰਾਂਤੀ ਕੀ ਸੀ, ਫਿਰ ਦੇਖਾਂਗੇ ਕਿ ਇਹ ਵਿਚਾਰ ਕਿਵੇਂ ਅੱਗ ਵਾਂਗ ਫੈਲਿਆ ਅਤੇ ਕਿਵੇਂ ਤੁਰੰਤ ਇਸ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਵੀ ਸ਼ੁਰੂ ਹੋ ਗਈਆਂ। ਚਲੋ ਫਿਰ ਸ਼ੁਰੂ ਕਰਦੇ ਹਾਂ ਉਸ ਕਹਾਣੀ ਤੋਂ ਜੋ ਆਮ ਤੌਰ ਤੇ ਸੁਣਾਈ ਜਾਂਦੀ ਹੈ। ਕਹਾਣੀ ਜੋਹਾਨਸ ਗੁਟਨਬਰਗ ਦੀ, ਇੱਕ ਇਕੱਲੇ ਜੀਨੀਅਸ ਦੀ ਜਿਸ ਨੇ ਅੰਧੇਰੇ ਯੁੱਗ ਵਿੱਚ ਗਿਆਨ ਦਾ ਚਾਨਣ ਕੀਤਾ। ਕਹਾਣੀ ਕੁਝ ਇਸ ਤਰ੍ਹਾਂ ਹੈ ਕਿ 15ਵੀਂ ਸਦੀ ਵਿੱਚ ਜਰਮਨੀ ਦੇ ਮੇਨਜ਼ ਸ਼ਹਿਰ ਦਾ ਇੱਕ ਸੁਨਿਆਰਾ ਸੀ ਗੁਟਨਬਰਗ। ਉਸਨੇ ਕਿਤਾਬਾਂ ਨੂੰ ਹੱਥ ਨਾਲ ਲਿਖਣ ਦੀ ਬਜਾਏ ਤੇਜ਼ੀ ਨਾਲ ਛਾਪਣ ਦਾ ਇੱਕ ਤਰੀਕਾ ਲੱਭਿਆ। ਉਸਨੇ ਧਾਤ ਦੇ ਛੋਟੇ-ਛੋਟੇ ਅੱਖਰ ਬਣਾਏ ਜਿਨ੍ਹਾਂ ਨੂੰ ਜੋੜ ਕੇ ਸ਼ਬਦ ਬਣਾਏ ਜਾ ਸਕਦੇ ਸਨ ਤੇ ਵਾਰ-ਵਾਰ ਵਰਤਿਆ ਜਾ ਸਕਦਾ ਸੀ। ਅਤੇ ਇਸ ਕਮਾਲ ਦੀ ਕਾਢ ਦਾ ਸਭ ਤੋਂ ਵੱਡਾ ਸਬੂਤ, ਖੈਰ, ਉਹ ਹੈ ਗੁਟਨਬਰਗ ਬਾਈਬਲ। ਲਗਭਗ 1455 ਵਿੱਚ ਛਪੀ। ਇਹ ਸਿਰਫ ਇੱਕ ਤਕਨੀਕੀ ਕਮਾਲ ਹੀ ਨਹੀਂ ਸੀ, ਬਲਕਿ ਬਹੁਤ ਖੂਬਸੂਰਤ ਵੀ ਸੀ। ਇਸ ਦੀ ਛਪਾਈ ਦੀ ਸਫਾਈ ਦੇਖ ਕੇ ਲੋਕ ਹੈਰਾਨ ਰਹਿ ਗਏ। ਇਹ ਇਸ ਗੱਲ ਦਾ ਪ੍ਰਤੀਕ ਬਣ ਗਈ ਕਿ ਛਪਾਈ ਨਾਲ ਕੀ ਕੁਝ ਹਾਸਲ ਕੀਤਾ ਜਾ ਸਕਦਾ ਹੈ। ਪਰ ਜਿਵੇਂ ਹਰ ਚੰਗੀ ਕਹਾਣੀ 'ਚ ਹੁੰਦਾ ਹੈ, ਇੱਥੇ ਇੱਕ ਟਵਿਸਟ ਹੈ, ਇੱਕ ਬਹੁਤ ਵੱਡਾ ਟਵਿਸਟ। ਜੇਕਰ ਅਸੀਂ ਇਹ ਮੰਨਦੇ ਹਾਂ ਕਿ ਗੁਟਨਬਰਗ ਨੇ ਹੀ ਧਾਤ ਦੇ ਅੱਖਰਾਂ ਨਾਲ ਛਪਾਈ ਸ਼ੁਰੂ ਕੀਤੀ, ਤਾਂ ਸਾਨੂੰ ਇਤਿਹਾਸ ਦੇ ਪੰਨੇ ਥੋੜਾ ਪਿੱਛੇ ਪਲਟਣੇ ਪੈਣਗੇ ਅਤੇ ਪੂਰਬ ਵੱਲ, ਖਾਸ ਕਰਕੇ ਕੋਰੀਆ ਵੱਲ ਵੇਖਣਾ ਪਵੇਗਾ। ਦੇਖੋ, ਰਿਕਾਰਡ ਦੱਸਦੇ ਨੇ ਕਿ ਗੁਟਨਬਰਗ ਤੋਂ ਸੈਂਕੜੇ ਸਾਲ ਪਹਿਲਾਂ ਕੋਰੀਆ ਵਿੱਚ ਧਾਤ ਦੇ ਮੂਵੇਬਲ ਟਾਈਪ ਨਾਲ ਛਪਾਈ ਹੋ ਰਹੀ ਸੀ। ਇੱਕ ਕਿਤਾਬ ਹੈ ਦ ਸੌਂਗ ਆਫ ਐਨਲਾਈਟਨਮੈਂਟ ਜੋ 1239 ਵਿੱਚ ਛਪੀ ਗਈ ਸੀ, ਅਤੇ ਫਿਰ ਹੈ ਜ਼ਿਕਜੀ 1377 ਦੀ ਛਪੀ ਹੋਈ ਕਿਤਾਬ ਜਿਸ ਨੂੰ ਯੂਨੈਸਕੋ ਨੇ ਵੀ ਇਸ ਤਕਨੀਕ ਨਾਲ ਛਪੀ ਦੁਨੀਆ ਦੀ ਸਭ ਤੋਂ ਪੁਰਾਣੀ ਕਿਤਾਬ ਮੰਨਿਆ ਹੈ। 216 ਸਾਲ, ਇਹ ਥੋੜਾ ਬਹੁਤ ਨਹੀਂ, 2 ਸਦੀਆਂ ਤੋਂ ਵੀ ਵੱਧ ਦਾ ਫਰਕ ਹੈ। ਤਾਂ ਫਿਰ ਇੱਥੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ, ਜੇ ਧਾਤ ਦੇ ਅੱਖਰਾਂ ਨਾਲ ਛਪਾਈ ਦੀ ਤਕਨੀਕ ਪਹਿਲਾਂ ਹੀ ਮੌਜੂਦ ਸੀ, ਤਾਂ ਫਿਰ ਗੁਟਨਬਰਗ ਨੂੰ ਇਤਿਹਾਸ ਵਿੱਚ ਇੰਨਾ ਵੱਡਾ ਸਥਾਨ ਕਿਉਂ ਮਿਲਿਆ? ਅਤੇ ਇਸੇ ਸਵਾਲ ਦੇ ਜਵਾਬ ਵਿੱਚ ਛੁਪੀ ਹੈ ਗੁਟਨਬਰਗ ਦੀ ਅਸਲ ਜੀਨੀਅਸ। ਉਸ ਦਾ ਯੋਗਦਾਨ ਸਿਰਫ ਇੱਕ ਚੀਜ਼ ਦੀ ਕਾਢ ਕਰਨਾ ਨਹੀਂ ਸੀ। ਉਸ ਦਾ ਅਸਲ ਕਮਾਲ ਸੀ ਕਈ ਚੀਜ਼ਾਂ ਨੂੰ ਮਿਲਾ ਕੇ ਇੱਕ ਅਜਿਹੀ ਪ੍ਰਣਾਲੀ ਬਣਾਉਣਾ ਜੋ ਸੱਚਮੁੱਚ ਕ੍ਰਾਂਤੀਕਾਰੀ ਸੀ। ਤਾਂ ਸਵਾਲ ਫਿਰ ਉਹੀ ਹੈ, ਜੇ ਗੁਟਨਬਰਗ ਨੇ ਮੂਵੇਬਲ ਮੈਟਲ ਟਾਈਪ ਦੀ ਕਾਢ ਨਹੀਂ ਕੀਤੀ, ਤਾਂ ਫਿਰ ਉਸ ਦੀ ਪ੍ਰੈਸ ਨੂੰ ਇੰਨਾ ਕ੍ਰਾਂਤੀਕਾਰੀ ਮੰਨਿਆ ਕਿਉਂ ਜਾਂਦਾ ਹੈ? ਇਸ ਦਾ ਜਵਾਬ ਇਸ ਵਿੱਚ ਨਹੀਂ ਹੈ ਕਿ ਉਸਨੇ ਕੀ ਬਣਾਇਆ, ਸਗੋਂ ਇਸ ਵਿੱਚ ਹੈ ਕਿ ਉਸਨੇ ਸਭ ਕੁਝ ਇਕੱਠਾ ਕਿਵੇਂ ਕੀਤਾ। ਇਸ ਦਾ ਜਵਾਬ ਹੈ, ਗੁਟਨਬਰਗ ਨੇ ਸਿਰਫ ਇੱਕ ਚੀਜ਼ ਨਹੀਂ ਬਣਾਈ, ਉਸਨੇ ਇੱਕ ਪੂਰਾ ਦਾ ਪੂਰਾ ਸਿਸਟਮ ਤਿਆਰ ਕੀਤਾ। ਭਾਵੇਂ ਕੋਰੀਆ ਵਿੱਚ ਧਾਤ ਦੇ ਅੱਖਰ ਮੌਜੂਦ ਸਨ, ਪਰ ਉਹ ਵੱਡੇ ਪੱਧਰ ਤੇ ਛਪਾਈ ਲਈ ਕਾਰਗਰ ਨਹੀਂ ਸਨ। ਗੁਟਨਬਰਗ ਨੇ ਇੱਕ ਅਜਿਹਾ ਤਰੀਕਾ ਬਣਾਇਆ ਜੋ ਤੇਜ਼ ਸੀ, ਭਰੋਸੇਮੰਦ ਸੀ ਅਤੇ ਸਭ ਤੋਂ ਜ਼ਰੂਰੀ, ਸਸਤਾ ਸੀ। ਤਾਂ ਉਸਦੇ ਸਿਸਟਮ ਵਿੱਚ 4 ਕਮਾਲ ਦੀਆਂ ਚੀਜ਼ਾਂ ਸਨ ਜਿਨ੍ਹਾਂ ਨੂੰ ਉਸਨੇ ਇਕੱਠਾ ਕੀਤਾ। ਪਹਿਲੀ, ਧਾਤ ਦਾ ਇੱਕ ਖਾਸ ਮਿਸ਼ਰਣ ਜਿਸ ਨਾਲ ਅੱਖਰ ਮਜ਼ਬੂਤ ਬਣਦੇ ਸਨ। ਦੂਜੀ, ਹੱਥ ਵਿੱਚ ਫੜਨ ਵਾਲਾ ਇੱਕ ਸਾਂਚਾ ਜਿਸ ਨਾਲ ਇੱਕੋ ਜਿਹੇ ਅੱਖਰ ਬਹੁਤ ਤੇਜ਼ੀ ਨਾਲ ਬਣਾਏ ਜਾ ਸਕਦੇ ਸਨ। ਤੀਜੀ, ਤੇਲ ਵਾਲੀ ਸਿਆਹੀ ਜੋ ਧਾਤ ਕੇ ਚੰਗੀ ਤਰ੍ਹਾਂ ਚਿਪਕਦੀ ਸੀ। ਅਤੇ ਚੌਥੀ, ਵਾਈਨ ਬਣਾਉਣ ਵਾਲੀ ਪ੍ਰੈਸ ਨੂੰ ਪ੍ਰਿੰਟਿੰਗ ਲਈ ਬਦਲਣਾ। ਇਹ ਚਾਰੇ ਚੀਜ਼ਾਂ ਜਦੋਂ ਇਕੱਠੀਆਂ ਹੋਈਆਂ ਤਾਂ ਵੱਡੇ ਪੱਧਰ ਤੇ ਛਪਾਈ ਮੁਮਕਿਨ ਹੋ ਗਈ। ਪਰ ਇੱਕ ਕਮਾਲ ਦਾ ਆਈਡੀਆ ਹੋਣਾ ਇੱਕ ਗੱਲ ਹੈ ਤੇ ਉਸ ਦਾ ਦੁਨੀਆ ਤੱਕ ਪਹੁੰਚਣਾ ਉਹ ਇੱਕ ਵੱਖਰੀ ਹੀ ਕਹਾਣੀ ਹੈ। ਅਤੇ ਗੁਟਨਬਰਗ ਦੀ ਤਕਨੀਕ ਦੇ ਫੈਲਣ ਦੀ ਕਹਾਣੀ ਹੈਰਾਨੀਜਨਕ ਤੌਰ ਤੇ ਹਿੰਸਾ ਅਤੇ ਡਰਾਮੇ ਨਾਲ ਭਰੀ ਹੋਈ ਹੈ। ਕਹਾਣੀ ਦੇ ਸ਼ੁਰੂ ਵਿੱਚ ਤਾਂ ਗੁਟਨਬਰਗ ਲਈ ਸਭ ਕੁਝ ਗਲਤ ਹੋ ਗਿਆ। ਉਸ ਨੂੰ ਪੈਸੇ ਦੇਣ ਵਾਲੇ ਉਸ ਦੇ ਸਾਥੀ ਨੇ ਹੀ ਉਸ ਤੇ ਮੁਕੱਦਮਾ ਕਰ ਦਿੱਤਾ
ਅਤੇ ਗੁਟਨਬਰਗ ਆਪਣੀ ਪੂਰੀ ਵਰਕਸ਼ਾਪ ਗੁਆ ਬੈਠਾ। ਉਹ ਲਗਭਗ ਕੰਗਾਲ ਹੋ ਗਿਆ ਸੀ, ਪਰ ਉਸ ਦੀ ਨਿੱਜੀ ਬਰਬਾਦੀ ਇੱਕ ਪੂਰੇ ਸ਼ਹਿਰ ਦੀ ਤਬਾਹੀ ਦੇ ਸਾਹਮਣੇ ਕੁਝ ਵੀ ਨਹੀਂ ਸੀ। ਅਤੇ ਅਜੀਬ ਗੱਲ ਇਹ ਹੈ ਕਿ ਉਸੀ ਤਬਾਹੀ ਨੇ ਉਸ ਦੀ ਕਾਢ ਨੂੰ ਅਮਰ ਕਰ ਦਿੱਤਾ। ਪਰ ਫਿਰ ਹੋਇਆ ਇੱਕ ਅਜਿਹਾ ਹਾਦਸਾ ਜਿਸ ਨੇ ਸਭ ਕੁਝ ਬਦਲ ਦਿੱਤਾ। 1462 ਵਿੱਚ ਮੇਨਜ਼ ਸ਼ਹਿਰ ਵਿੱਚ ਇੱਕ ਭਿਆਨਕ ਸਿਆਸੀ ਲੜਾਈ ਛਿੜ ਪਈ। ਸ਼ਹਿਰ ਨੂੰ ਲੁੱਟਿਆ ਗਿਆ ਅਤੇ ਬਹੁਤ ਸਾਰੇ ਕਾਰੀਗਰਾਂ ਨੂੰ ਸ਼ਹਿਰ ਛੱਡ ਕੇ ਭੱਜਣਾ ਪਿਆ, ਜਿਨ੍ਹਾਂ ਵਿੱਚ ਉਹ ਪ੍ਰਿੰਟਰ ਵੀ ਸ਼ਾਮਿਲ ਸਨ ਜਿਨ੍ਹਾਂ ਨੂੰ ਗੁਟੇਨਬਰਗ ਨੇ ਸਿਖਲਾਈ ਦਿੱਤੀ ਸੀ। ਇਹ ਬੇਘਰ ਹੋਏ ਪ੍ਰਿੰਟਰ ਜਿੱਥੇ-ਜਿੱਥੇ ਗਏ ਆਪਣੇ ਨਾਲ ਛਪਾਈ ਦਾ ਹੁਨਰ ਵੀ ਲੈ ਗਏ। ਇਸ ਤਰ੍ਹਾਂ ਇੱਕ ਸ਼ਹਿਰ ਦੀ ਤਬਾਹੀ ਨੇ ਪੂਰੇ ਯੂਰਪ ਵਿੱਚ ਗਿਆਨ ਦੀ ਕ੍ਰਾਂਤੀ ਫੈਲਾ ਦਿੱਤੀ। ਪਰ ਜਦੋਂ ਵਿਚਾਰ ਇੰਨੀ ਤੇਜ਼ੀ ਨਾਲ ਫੈਲਣ ਲੱਗੇ ਤਾਂ ਜਿਹੜੇ ਲੋਕ ਸੱਤਾ ਵਿੱਚ ਸਨ ਉਹ ਡਰ ਗਏ। ਪ੍ਰਿੰਟਿੰਗ ਪ੍ਰੈਸ ਨੇ ਵਿਚਾਰਾਂ ਨੂੰ ਬੇਮਿਸਾਲ ਗਤੀ ਦਿੱਤੀ ਅਤੇ ਇਸ ਨੇ ਉਸ ਸਮੇਂ ਦੇ ਰਾਜਿਆਂ ਅਤੇ ਖਾਸ ਕਰਕੇ ਚਰਚ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ। ਸੋਚੋ, ਪਹਿਲਾਂ ਤਾਂ ਚਰਚ ਨੇ ਇਸ ਪ੍ਰੈਸ ਨੂੰ ਰੱਬ ਦਾ ਤੋਹਫਾ ਕਿਹਾ, ਪਰ ਜਿਵੇਂ ਹੀ ਮਾਰਟਿਨ ਲੂਥਰ ਵਰਗੇ ਲੋਕਾਂ ਨੇ ਇਸ ਨੂੰ ਆਪਣੇ ਵਿਚਾਰ ਫੈਲਾਉਣ ਲਈ ਵਰਤਣਾ ਸ਼ੁਰੂ ਕੀਤਾ, ਉਹੀ ਤੋਹਫਾ ਇੱਕ ਖਤਰਾ ਬਣ ਗਿਆ। ਸੱਤਾਧਾਰੀਆਂ ਨੂੰ ਅਹਿਸਾਸ ਹੋ ਗਿਆ ਕਿ ਜੇ ਉਹ ਇਸ ਜਾਣਕਾਰੀ ਦੇ ਵਹਾਅ ਨੂੰ ਕਾਬੂ ਨਾ ਕਰ ਸਕੇ ਤਾਂ ਉਨ੍ਹਾਂ ਦੀ ਤਾਕਤ ਖਤਰੇ ਵਿੱਚ ਪੈ ਜਾਵੇਗੀ। ਇਸੇ ਡਰ ਦੇ ਜਵਾਬ ਵਿੱਚ ਬਣਾਈ ਗਈ ਇੰਡੈਕਸ ਲਿਬਰੋਰਮ ਪ੍ਰੋਹਿਬਿਟੋਰਮ ਯਾਨੀ ਕਿ ਪਾਬੰਦੀਸ਼ੁਦਾ ਕਿਤਾਬਾਂ ਦੀ ਲਿਸਟ ਇੱਕ ਕੈਥੋਲਿਕ ਚਰਚ ਵੱਲੋਂ ਜਾਰੀ ਕੀਤੀ ਇੱਕ ਸਰਕਾਰੀ ਸੂਚੀ ਸੀ, ਜਿਸ ਵਿੱਚ ਉਹ ਸਾਰੀਆਂ ਕਿਤਾਬਾਂ ਸ਼ਾਮਿਲ ਸਨ ਜਿਨ੍ਹਾਂ ਨੂੰ ਧਰਮ ਜਾਂ ਸਮਾਜ ਲਈ ਖਤਰਨਾਕ ਮੰਨਿਆ ਜਾਂਦਾ ਸੀ। ਇਹ ਇਤਿਹਾਸ ਦੀ ਸਭ ਤੋਂ ਵੱਡੀ ਸੈਂਸਰਸ਼ਿਪ ਦੀ ਕੋਸ਼ਿਸ਼ ਸੀ। ਅਤੇ ਕੋਈ ਥੋੜੇ ਚਿਰ ਦਾ ਕੰਮ ਨਹੀਂ ਸੀ। ਜ਼ਰਾ ਸੋਚੋ, ਪਹਿਲੀ ਲਿਸਟ ਆਈ 1559 ਵਿੱਚ ਤੇ ਇਹ ਸਿਲਸਿਲਾ 400 ਸਾਲਾਂ ਤੱਕ ਚੱਲਦਾ ਰਿਹਾ। ਆਖਰੀ ਵਾਰੀ ਲਿਸਟ 1948 ਵਿੱਚ ਛਾਪੀ ਗਈ ਸੀ ਅਤੇ ਇਸ ਨੂੰ ਰਸਮੀ ਤੌਰ ਤੇ 1966 ਵਿੱਚ ਜਾ ਕੇ ਖਤਮ ਕੀਤਾ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਵਿਚਾਰਾਂ ਨੂੰ ਕਾਬੂ ਕਰਨ ਦੀ ਇੱਛਾ ਕਿੰਨੀ ਜ਼ਬਰਦਸਤ ਅਤੇ ਲੰਬੀ ਸੀ। ਅਤੇ ਇਸ ਲਿਸਟ ਤੇ ਕਿਹਨਾਂ ਦੇ ਨਾਂ ਸਨ, ਸੁਣ ਕੇ ਹੈਰਾਨੀ ਹੋਵੇਗੀ। ਇਸ ਵਿੱਚ ਸਨ ਇਤਿਹਾਸ ਦੇ ਕੁਝ ਸਭ ਤੋਂ ਵੱਡੇ ਨਾਂ, ਵਿਗਿਆਨੀ ਜਿਵੇਂ ਕਿ ਕੈਪਲਰ, ਫਿਲਾਸਫਰ ਜਿਵੇਂ ਕਿ ਡੇਕਾਰਟ ਅਤੇ ਕਾਂਟ, ਅਤੇ ਲੇਖਕ ਜਿਵੇਂ ਕਿ ਵਿਕਟਰ ਹਿਊਗੋ। ਇਹ ਲਿਸਟ ਦਰਅਸਲ ਪੱਛਮੀ ਸੋਚ ਦੇ ਵਿਕਾਸ ਨੂੰ ਰੋਕਣ ਦੀ ਇੱਕ ਕੋਸ਼ਿਸ਼ ਸੀ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਛਪਾਈ ਦੀ ਤਾਕਤ ਕਿੰਨੀ ਜ਼ਿਆਦਾ ਸੀ ਅਤੇ ਉਸ ਤੋਂ ਪੈਦਾ ਹੋਇਆ ਡਰ ਵੀ ਉਨਾ ਹੀ ਵੱਡਾ ਸੀ। ਇਸ ਸਾਰੀ ਕਹਾਣੀ ਦਾ ਮਤਲਬ ਕੀ ਹੈ? ਇਹੀ ਕਿ ਗੁਟੇਨਬਰਗ ਦੀ ਕਾਢ ਨੇ ਇੱਕ ਅਜਿਹੀ ਲੜਾਈ ਸ਼ੁਰੂ ਕੀਤੀ ਜੋ ਅੱਜ ਵੀ ਚੱਲ ਰਹੀ ਹੈ, ਜਾਣਕਾਰੀ ਦੀ ਆਜ਼ਾਦੀ ਅਤੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼। ਅੱਜ ਜਦੋਂ ਅਸੀਂ ਇੰਟਰਨੈਟ, ਸੋਸ਼ਲ ਮੀਡੀਆ ਅਤੇ ਫੇਕ ਨਿਊਜ਼ ਦੀ ਗੱਲ ਕਰਦੇ ਹਾਂ ਤਾਂ ਅਸੀਂ ਅਸਲ ਵਿੱਚ ਉਸੇ ਪੁਰਾਣੀ ਲੜਾਈ ਨੂੰ ਨਵੇਂ ਰੂਪ ਵਿੱਚ ਦੇਖ ਰਹੇ ਹਾਂ। ਪ੍ਰਿੰਟਿੰਗ ਪ੍ਰੈਸ ਨੇ ਸਿਰਫ ਕਿਤਾਬਾਂ ਨਹੀਂ ਛਾਪੀਆਂ, ਇਸ ਨੇ ਇੱਕ ਅਜਿਹਾ ਸਵਾਲ ਛਾਪਿਆ ਜਿਸ ਦਾ ਜਵਾਬ ਅਸੀਂ ਅੱਜ ਤੱਕ ਲੱਭ ਰਹੇ ਹਾਂ।